मारू महला पहला। मारू राग विच पहले पातशाह धन धन सतगुरु श्री गुरु नानक देव साहिब जी महाराज शो पावन उपदेश की बख्शिश कर रहे हैं। कला परंपर धारी प्रकृति दे पारावार तो रहत अफुर स्वरूप ब्रह्म ने सब विच अपनी चेतन सत्ता रूप शक्ति धारण की हुई है। आप निरालम अपर अपारी परंतु वो परमात्मा आप जीवन की करनी करतूतों निर्लेप रहिंदा है। प्रकृति उरे है पर वो पारावार तो रहत है। या बेअंत दो बेअंत प्रभु आप किसी दे आश्रय तो बिना है। आपे कुदरत कर कर देखै आप ही सारी सृष्टि नू पैदा करके पालना करके वेख रहा है। सुनदा हो सुन उपायदा ओहो अफुर ब्रह्म सारियां दे प्रकाशक अफुर साखी स्वरूप तो सब सृष्टि पैदा कर रहा है। सुनदा हो सुन उपायदा। या सुन अफुर ब्रह्म ने अपने तो आकाश आदਿਕ तत्तां नूं पैदा किया है। अर्थात जिमें चुंबक पत्थर की संगत करके लोहे विच हरकत आ जाती है, इस प्रकार अफुर स्वरूप ब्रह्म की चेतन सत्ता पा के माया जिहड़ी जड़ है वो हरकत विच आई, जो अगे 3 गुण रूप हो गई। जो सतोगुण में चेतन का प्रतिबिंब आ वो ईश्वर रूप हो गया, जिसने माया अपने अधीन कर लई अते जगत की उत्पत्ति पालना लैता का काम करन लग पिया। जो रजो अते तमोगुण दे विच चेतन का प्रतिबिंब आ वो अविद्या रूप होके अनेकां जीव रूप हो गई। परंतु इन्हां दोहां दे विच अफुर स्वरूप ब्रह्म ही व्यापक है, जिसने माया सबल होके बेअंत रचना रची है। एका माई जुगत व्याई 3 चेले प्रमाण एक संसारी रजोगुणी ब्रह्मा एक भंडारी सतोगुणी विष्णु एक लाए एक नूं लायता करन दी बाण आदत है। दी वखरा बाण वखरा। तो ऐसा परमात्मा है जिन्हें माया सबल होके सृष्टि की रचना रची है। पौन पानी सुंदर ते साजे हवा पानी आदि तत्व भी अफुर ब्रह्म तो ही रचे पैदा हुए हैं। भाव प्रभु ने आप ही सब कुछ साजना किया है। सृष्टि पाए काया गढ़ राजे। इस सृष्टि नूं पैदा करके इस ब्रह्मंड रूपी देही दे किले या इस देही रूप किले विच परमात्मा राजा रूप होके विराजमान हो रहा है या राजे प्रकाशमान हो रहा है। अगन पानी जियो जोत तुम्हारी। हे परमात्मा अग विच प्रकाश पानी विच द्रवता जीवन दे विच चेतन सत्ता रूप तेरी ही
ज्योति है। ਸੁਨੇ ਕਲਾ ਰਹਾਏ ਦਾ ਤੂੰ ਅਫਰੂਪ ਹੁੰਦਾ ਹੋਇਆ ਆਪਣੀ ਸ਼ਕਤੀ ਨਾਲ ਸਭ ਵਿੱਚ ਆਪਣੇ ਆਪ ਨੂੰ ਰੱਖਦਾ ਅਸਥਿਤ ਕਰਦਾ ਹੈ। ਸੁਣਦਾ ਹੋ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਅਫਰ ਸਰੂਪ ਬ੍ਰਹਮ ਨੇ ਰਜੋਗੁਣੀ ਬ੍ਰਹਮਾ, ਸਤੋਗੁਣੀ ਵਿਸ਼ਨੂੰ, ਤਮੋਗੁਣੀ शिव जी ਆਦਿਕ ਪ੍ਰਧਾਨ ਦੇਵਤੇ ਪੈਦਾ ਕੀਤੇ ਹਨ। ਮੇ ਵਰਤੇ ਜੋਗ ਸਬਾਏ ਅਫੁਰ ਸਰੂਪ ਦੇ ਅੰਦਰ ਹੀ ਸਾਰੇ ਜੋਗ ਵਰਤ ਰਹੇ ਨੇ। ਜਾਂ ਅਫੁਰ ਸਰੂਪ ਪ੍ਰਭੂ ਸਭ ਜੁਗਾਂ ਵਿੱਚ ਆਪ ਹੀ ਵਰਤ ਰਿਹਾ ਹੈ। ਸਬਾਦ ਵਿਚਾਰੇ ਸੋ ਜਨ ਪੂਰਾ ਜੋ ਇਸ ਅਫੁਰ ਸਰੂਪ ਰੂਪ ਪਦਵੀ ਨੂੰ ਵਿਚਾਰਨ ਕਰਦਾ ਹੈ ਉਹ ਪੁਰਖ ਪੂਰਨ ਗੁਣਵਾਨ ਹੈ। ਇਸ ਮਿਲਿਐ ਭਰਮ ਚੁਕਾਏ ਦਾ ਇਸ ਗੁਰਮੁਖ ਨੂੰ ਜੇਕਰ ਮਿਲਣਾ ਕਰੀਏ ਤਾਂ ਉਹ ਅੰਦਰੋਂ ਭਰਮ ਨੂੰ ਚੁਕਾ ਦਿੰਦਾ, ਨਿਵਰਤ ਕਰ ਦਿੰਦਾ ਹੈ। ਨਾਹੋ ਸਾਪਤ ਸਰੋਵਰ ਥਾਪੇ ਅਫੁਰ ਸਰੂਪ ਬ੍ਰਹਮ ਤੋਂ ਹੀ ਪ੍ਰਤੱਖ 7 ਸਮੁੰਦਰ ਅਸਥਿਤ ਕੀਤੇ ਹਨ। 5 ਗਿਆਨ ਇੰਦਰ, ਮਨ ਅਤੇ ਬੁੱਧ ਰੂਪ 7 ਸਰੋਵਰ ਸਥਾਪਿਤ ਕੀਤੇ ਨੇ। ਸਪਤ ਸਹਿਤ ਇੱਜ਼ਤ 7 ਸੰਗਤ ਰੂਪ ਸਰੋਵਰ ਸਥਾਪਿਤ ਕੀਤਾ ਹੈ। ਸਾਜੇ ਵਿਚਾਰੇ ਆਪੇ ਜਿਸ ਪ੍ਰਭੂ ਨੇ ਇਹ ਸਰੋਵਰ ਸਾਜਣਾ ਕੀਤੇ ਨੇ ਉਸਨੇ ਆਪ ਹੀ ਵਿਚਾਰਨਾ ਕੀਤੇ ਹਨ। ਤਿਤ ਸਤ ਸਾਰ ਮਨੁਆ ਗੁਰਮੁਖ ਨਾਵੈ ਤਿਸ ਸਾਧ ਸੰਗਤ ਰੂਪ ਸੱਚੇ ਸਰੋਵਰ ਵਿੱਚ ਜਿਸ ਗੁਰਮੁਖ ਜਨ ਦਾ ਮਨ ਨਹਾਉਂਦਾ ਹੈ। ਫਿਰ ਬਾਹੁੜ ਜੋਨ ਨਾ ਪਾਏਦਾ ਉਹ ਫਿਰ ਮੁੜ ਕੇ ਜੂਨਾਂ ਦੇ ਵਿੱਚ ਨਹੀਂ ਪਾਇਆ ਜਾਂਦਾ। ਸੁਨਾ ਹੋ ਚੰਦ ਸੂਰਜ ਗਹਿਣਾਰੇ ਅਫੁਰ ਸਰੂਪ ਬ੍ਰਹਮ ਤੋਂ ਹੀ ਆਕਾਸ਼ ਵਿੱਚ ਚੰਦਰਮਾ ਅਤੇ ਸੂਰਜ ਪੈਦਾ ਹੋ ਕੇ ਪ੍ਰਕਾਸ਼ ਕਰ ਰਹੇ ਨੇ। ਇਸੇ ਪ੍ਰਕਾਰ ਸੁਨਾ ਹੋ ਚੰਦ ਸੂਰਜ ਗਹਿਣਾਰੇ ਅਫੁਰ ਪ੍ਰਭੂ ਨੇ ਜਗਿਆਸੂ ਜਨਨ ਦੇ ਹਿਰਦੇ ਰੂਪ ਆਕਾਸ਼ ਵਿੱਚ ਵੈਰਾਗ ਰੂਪੀ ਚੰਦਰਮਾ ਅਤੇ ਬਵੇਕ ਰੂਪ ਸੂਰਜ ਪੈਦਾ ਕੀਤਾ ਹੈ। ਸਕੀ ਜੋਤ ਤ੍ਰਿਭਵਨ ਸਾਰੇ ਉਸ ਅਫੁਰ ਸਰੂਪ ਦੀ ਚੇਤਨ ਸੱਤਾ ਰੂਪ ਜੋਤੀ ਤਿੰਨਾਂ ਭਵਨਾਂ ਦੇ ਵਿੱਚ, ਤਿੰਨਾਂ ਭਵਨਾਂ ਦੇ ਸਾਰੇ ਜੀਵਾਂ ਦੇ ਵਿੱਚ ਪਸਰ ਰਹੀ ਹੈ। ਸੁਨੇ ਅਲਖ ਅਪਾਰ ਨਿਰਾਲਮ ਅਫੁਰ ਰੂਪ ਬ੍ਰਹਮ ਲਖਣ ਤੋਂ ਰਹਿਤ, ਪਾਰਾਵਾਰ ਤੋਂ ਰਹਿਤ, ਅਸੰਗ ਹੈ। ਸੁਨੇ ਤਾੜੀ ਲਾਏ ਦਾ ਸੋ ਉਹ ਅਫੁਰ ਸਰੂਪ ਹੁੰਦਾ ਹੋਇਆ ਵੀ ਆਪਣੀ ਸਵੈ ਮਹਿਮਾ ਦੇ ਵਿੱਚ ਅਸਥਿਤ ਹੋ ਕੇ ਤਾੜੀ ਸਮਾਧੀ ਲਾਉਂਦਾ ਹੈ। ਸੁਨਾ ਹੋ ਧਰਤ ਆਕਾਸ ਉਪਾਏ ਅਫੁਰ ਸਰੂਪ ਬ੍ਰਹਮ ਤੋਂ ਹੀ ਧਰਤੀ ਅਤੇ ਆਕਾਸ਼ ਆਦਿਕ ਪੈਦਾ ਹੋਏ ਹਨ। ਬਿਨ ਥੰਮਾ ਰਾਖੇ ਸੱਚ ਕਲ ਪਾਏ ਸੱਚੇ ਅਫੁਰ ਸਰੂਪ ਪ੍ਰਭੂ ਨੇ ਆਪਣੀ ਸ਼ਕਤੀ ਪਾ ਕੇ ਬਗੈਰ ਕਿਸੇ ਥੰਮਾਂ ਤੋਂ ਰੱਖੇ ਨੇ। ਭਾਵ ਕੋਈ ਵੀ
ਬਾਹਰੀ ਆਸਰਾ ਨਹੀਂ ਦਿੱਤਾ। ਪਵਨ ਸਾਜ ਮੇਹੁਲੀ ਮਾਇਆ, ਤਿੰਨਾਂ ਭਵਨਾਂ ਨੂੰ ਪੈਦਾ ਕਰਕੇ ਪਰਮਾਤਮਾ ਨੇ ਮਾਇਆ ਦੀ ਤੜਾਗੀ ਵਿੱਚ ਪਾਇਆ ਹੋਇਆ ਹੈ। ਆਪੋ ਪਾਹੀ ਖਪਾਈ ਦਾ, ਫਿਰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਅਤੇ ਖਪਾਉਂਦਾ, ਨਾਸ਼ ਕਰਦਾ ਹੈ। ਸੁਨਹੁ ਖਾਣੀ ਸੁਨਹੁ ਬਾਣੀ, ਅਫੁਰ ਸਰੂਪ ਤੋਂ ਹੀ ਚਾਰ ਖਾਣੀਆਂ ਅੰਡਜ, ਜੀਰਜ, ਸੇਤਜ, ਉਤਪੁਜ ਇਹ ਪੈਦਾ ਕੀਤੀਆਂ ਹੋਈਆਂ ਨੇ। ਅਤੇ ਅਫੁਰ ਸਰੂਪ ਪ੍ਰਭੂ ਤੋਂ ਹੀ ਚਾਰ ਪ੍ਰਕਾਰ ਦੀਆਂ ਬਾਣੀਆਂ ਬੈਖਰੀ, ਮੱਧਮ, ਬਸੰਤੀ, ਪਰ ਇਹ ਪੈਦਾ ਹੋਈਆਂ ਹਨ। ਸੁਨਹੁ ਪੁਜੀ ਸੁਨ ਸਮਾਣੀ, ਅਫੁਰ ਸਰੂਪ ਤੋਂ ਹੀ ਇਹ ਖਾਣੀਆਂ ਤੇ ਬਾਣੀਆਂ ਪੈਦਾ ਹੋਈਆਂ ਨੇ ਜਾਂ ਸ੍ਰਿਸ਼ਟੀ ਪੈਦਾ ਹੋਈ ਹੈ, ਜੋ ਅੰਤ ਨੂੰ ਅਫੁਰ ਸਰੂਪ ਦੇ ਵਿੱਚ ਹੀ ਸਮਾ ਜਾਵੇਗੀ। ਔਤ ਭੋਜ ਚੜ੍ਹਦ ਕੀਆ ਸਿਰ ਕਰਤਾ, ਸ਼੍ਰੋਮਣੀ ਰਚਨਹਾਰ ਪ੍ਰਭੂ ਨੇ ਬਨਸਪਤੀ ਆਦਿ ਖਾਣੀਆਂ ਦਾ ਕੌਤਕ ਕੀਤਾ ਹੈ। ਉਤ ਭੋਜ, ਉਤ ਕ੍ਰਿਸ਼ਟ ਪੂਜਾ ਵਾਲੇ ਸ਼੍ਰੋਮਣੀ ਕਰਤਾ ਪੁਰਖ ਨੇ ਆਪ ਹੀ ਇਹ ਸੰਸਾਰ ਰੂਪੀ ਕੌਤਕ ਰਚਨਾ ਕੀਤਾ ਹੈ। ਔਰ ਇਸ ਕੌਤਕ ਦੇ ਵਿੱਚ ਰਹਿੰਦਾ ਹੋਇਆ ਵੀ ਬਿਸਮਾਦ ਸ਼ਬਦ ਦੇਖਾਏ ਦਾ, ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ ਉਸ ਨੂੰ ਆਸ਼ਚਰਜ ਰੂਪ ਬ੍ਰਹਮ ਆਪਣਾ ਸਰੂਪ ਵਿਖਾ ਦਿੰਦਾ ਹੈ। ਸੁਨਹੁ ਰਾਤ ਦਿਨ ਸਦੋਏ ਕੀਏ, ਅਫੁਰ ਸਰੂਪ ਬ੍ਰਹਮ ਨੇ ਆਪਣੇ ਆਪ ਤੋਂ ਹੀ ਰਾਤ ਅਤੇ ਦਿਨ ਇਹ ਦੋਵੇਂ ਬਣਾਉਣਾ ਕੀਤੇ ਨੇ। ਇਸੇ ਪ੍ਰਕਾਰ ਸੁਨਹੁ ਰਾਤ ਦਿਨ ਸਦੋਏ ਕੀਏ, ਰਾਤ ਦੀ ਨਿਆਈ ਅਗਿਆਨੀ ਅਤੇ ਦਿਨ ਦੀ ਨਿਆਈ ਗਿਆਨਮਾਨ ਇਹ ਦੋਵੇਂ ਅਫੁਰ ਸਰੂਪ ਬ੍ਰਹਮ ਨੇ ਆਪਣੇ ਆਪ ਤੋਂ ਹੀ ਬਣਾਏ ਹਨ। ਉਪਤ ਖਾਪਤ ਸੁਖਾ ਦੁਖ ਦੀਏ, ਸ੍ਰਿਸ਼ਟੀ ਦੀ ਉਤਪਤੀ ਅਤੇ ਪਰਲੋ ਆਪ ਕਰਦਾ ਹੈ ਅਤੇ ਜੀਵਨ ਦੀ ਕਰਨੀ ਅਨੁਸਾਰ ਸੁਖ ਦੁਖ ਪੁਰਬ ਜਨਮ ਕੇ ਕੀਏ, ਸੋ ਜਾਣੈ ਜਿਨ ਦਾਤੈ ਦੀਏ, ਕਿਸਕੋ ਦੋਸ ਦੇਹੇ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾ ਰਹੇ। ਇਹਨਾਂ ਦੇ ਕਰਮ ਅਨੁਸਾਰ ਹੀ ਸੁਖ ਦੁੱਖ ਮਹਾਰਾਜ ਨੇ ਦੇਣਾ ਕੀਤੇ ਨੇ। ਸੁਖ ਦੁਖ ਹੀ ਤੇ ਅਮਰ ਅਤੀਤਾ, ਉਹ ਪਰਮਾਤਮਾ ਆਪ ਹੀ ਨਿਸ਼ਚੈ ਕਰਕੇ ਸੁੱਖਾਂ ਅਤੇ ਦੁੱਖਾਂ ਤੋਂ ਅਸੰਗ ਅਤੇ ਮਰਨ ਤੋਂ ਰਹਿਤ ਹੈ। ਗੁਰਮੁਖ ਨਿਜ ਘਰ ਪਾਏਦਾ, ਮੁਖੀ ਗੁਰਾਂ ਦੁਆਰਾ ਉਸ ਦਾ ਆਪਣਾ ਸਰੂਪ ਰੂਪੀ ਘਰ ਪਾਉਣਾ ਕਰੀਦਾ ਹੈ। ਸਾਮ ਵੇਦ ਰੋਗ ਜੁਜਰ ਅਥਰ ਬਾਣ, ਜੋ ਸਾਮ ਵੇਦ, ਰੇਗ ਵੇਦ, ਯਜੁਰਵੇਦ ਅਤੇ ਅਥਰਵਣ ਵੇਦ ਨੇ, ਇਹਨਾਂ ਵੇਦਾਂ ਨੂੰ ਪ੍ਰਵਿਰਤ ਕਰਨ ਵਾਲਾ ਜੋ ਮੁਖੀ ਬ੍ਰਹਮਾ ਆਦਿਕ ਇਹ ਹੈ। ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ, ਮੁਖੀ ਬ੍ਰਹਮਾ ਆਦਿਕ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਹੀ ਪੈਦਾ ਕੀਤੇ ਹੋਏ ਨੇ। ਭਾਵ ਵੇਦਾਂ ਦਾ ਉਪਾਸ਼ਨਾ ਕਾਂਡ ਰਾਜਸੀ ਆ, ਕਰਮ ਕਾਂਡ ਤਾਮਸੀ ਆ ਅਤੇ ਗਿਆਨ ਕਾਂਡ ਇਹ ਸਾਂਤਕੀ ਹੈ।
की कीमत कह ना सकै को। इस प्रभु की कीमत नो कोई भी नहीं कह सकता। त्यों बोले ज्यों बोलाए दा। जीव तिवें ही बोलते ने जिवें वो परमात्मा जीवन के पासों बुलाना करता है। सुनना हो सपत पाताल उपाए। अफुर स्वरूप प्रभु ने अपने आप तो ही सत पाताल अतल बेतल सुतल तलातल महातल रसातल पताल ये पैदा किते हन। सुनना हो पावन रखे लिवलाई। अफुर स्वरूप प्रभु ने 14 लोग लेव लगा के रखे हुए हन, अर्थात सारे भवन अपने ध्यान में रखे ने। या जिस अफुर स्वरूप तो 14 भवन उत्पत्त हुए हन उस विच अपनी ले बिरती ला के रखना करे ये जीव का फर्ज है। आपे कारण किया परंपरा। हे प्रकृति दे पारंवार तो रहत परमात्मा तू अपने आप तो ही संसार की रचना का कारण किया है। या तू आप ही कारण रूप होके संसार नू पैदा किया है। सब तेरो किया कमाए दा। सारा संसार तेरा किया होया हुक्म ही कमाउंदा है। राज ताम सत काल तेरी छाया। हे परमात्मा रजोगुण तमोगुण सतोगुण ये तेरी ही शक्ति दे आसरे हन। या तेरी शक्ति ने इन्हां गुणां नूं बनाया है या इन्हां विच तेरी ही कला छाई हुई है या इन्हां विच तेरा ही प्रतिबिंब पै रिहा। भाव जो प्रतिबिंब शुद्ध सदोगुण विच पैंदा है वो ईश्वर का होंदा है। जो तमो ते रजोगुण विच पैंदा है वो जीव का होंदा है। जन्म मरण हौ मैं दुख पाया। इन्हां गुणां विच फस के जीवां ने हंगता ममता करके जमन मरण दा दुख पाया है। जिसनो कृपा करे हर गुरमुखा। हे हरि जिस ते तू मुखी गुरां द्वारा कृपा मेहर करदा है वो गुरमुख बन जांदा दूजे मनमुख रहिंदे ने। गुण चौथा मुक्त कराई दा। उसनू तिन्नां गुणां तो उपर चौथे तुरिया पद विच स्थित करके जमन मन दे दुखां तो मुक्ति कराउंदा है। सुनना हो उपजे दास अवतारा। उस अफुर स्वरूप प्रभु तो ही विष्णु दे 10 अवतार पैदा हुए हन। श्रेष्ठ उपाय किया पासारा। जिसने सारी सृष्टि नूं पैदा करके सारा पसारा अपने अधीन किया होया है। देव दानव गण गंधर्व साजे। अफुर स्वरूप ने अपने आप तो ही देवते दैत शिवजी दे सेवक जिहड़े गण ने टौना छौना अते गंधर्व देवतियां दे रागी ये साजना कीते हन। सब लिखिया कर्म कमाए दा। सारे जीव अपने कीते कर्मां दे लिखे संस्कार अनुसार ही कर्म कमा रहे हन। गुरमुख समझै रोग ना होई। जो गुरमुख बन के गुरां द्वारा अफुर स्वरूप की कला नूं समझ लैंदा है उसनूं जमन मरण आदि दा कोई भी रोग
दुख नहीं हुंदा। ਇਹ ਗੁਰ ਕੀ ਪੌੜੀ ਜਾਣੈ ਜਨ ਕੋਈ। पर ये गुर उपदेश भगती भूमिका दी पौड़ी चढ़ना कोई विरला पुरुष ही जानदा है। जुग है जुगंतर मुक्त परायण। जुगा जुगा दी अंदर जीव परमेश्वर दे आसरे ही मुक्ति प्राप्त कर सकता है, या जुगा जुगा दे विच ये गुरां दे उपदेश भगती रूप पौड़ी ही मुक्ति देने लई आसरा रूप है। जो इस पौड़ी का आसरा लैंदा है सो मुक्त पाया पत पाईदा। ओह कल्याण नूं प्राप्त होया है अते लोक परलोक दे विच इज्जत पाउंदा है। पंच तत्त सुनहु परगासा। पंजां तत्तां दा भी अफुर स्वरूप प्रभु तो ही प्रकाश होया है अते जीव इन्हां तत्तां दी बनी हुई देह कायां दा देह संजोगी कर्म अभ्यासा। पंजां तत्तां दी बनी ये कायां दा मिलापी होके कर्मां दा अभ्यास करन लग पिया है, या जीवां दे कर्मां दे अभ्यासी होण करके ये तत्त इस देही दे संजोगी बने हन। बुरा भला दोए मस्तक लिखे। जीव ने जो भी बुरा मंदा अते भला चंगा कर्म कीता है, इन्हां दोवें चंगे मंदे कर्मां दे संस्कार जीव दे मथे उपर लिखे जाते हैं। मस्तक लिखे सिरलेख बिन कलम मसवाणी है। पाप पुण्य बीजाईदा। इस पाप पुण्य दे बीज करके जीव आउंदा जांदा मरदा जमदा रहिंदा है। जम जम मरै मरै फिर जमै बहुत सजाए पया देश लम्मै। उत्तम सतगुर पुरख निराले। उत्तम श्रेष्ठ सतगुरु साहब जी अकाल पुरख का स्वरूप ने अते जगत तो निर्लेप ने, या जो पुरख असंग रहने वाले सतगुरु की शरण पए ने उत्तम जीवन वाले बन जाते हैं। शब्द रते हर रस मत वाले। जो गुरां दे उपदेश विच रंगे हुए प्रभु दे प्रेम रस दे विच मस्त रहिंदे हन। रिद बुद्ध सिद्ध ज्ञान गुरु ते पाइयै। रिद आनंद की अतुटता, बुद्ध आत्म बोध वाली बुद्धि, सिद्ध अलौकिक शक्तियाँ या सिद्ध मुक्ति अते ज्ञान ब्रह्म ज्ञान ये गुरु साहब जी तो ही प्राप्त करीदा है। पूरे भाग मिलाईदा। पर पूरन वड्डे भागां लेखां करके ऐसे सतगुरां दे नाल प्रभु मिलाउंदा है। इस मन माया का नेहो कनेरा। इस मन दे ताई माया दा बहुत प्रेम मोह लगा होया है। कोई बुझहु ज्ञानी करहु नबीरा। कोई ज्ञानवान हो के गुरां द्वारा इस माया दे मोह तो छुटण दा तरीका समझना करो अति अपने जमन मरण दा नबेड़ा करना करो। आसा मनसा हमै सहसा। जीवन इच्छा वासना हंगता ममता अति संसार ये व्याप रहा है। नर लोभी कूड़ कमाई दा। लालची पुरख हमेशा
ਝੂਠ ਨੂੰ ਹੀ ਕਮਾਉਣਾ ਕਰਦਾ ਹੈ। ਸਤਿਗੁਰ ਤੇ ਪਾਏ ਵਿਚਾਰਾ, ਜੋ ਸਤਿਗੁਰਾਂ ਤੋਂ ਆਪਣੇ ਨਿਜ ਸਰੂਪ ਦੇ ਵਿਚਾਰ ਨੂੰ ਪ੍ਰਾਪਤ ਕਰਦਾ ਹੈ। ਸੁਨ ਸਮਾਦ ਸੱਚੇ ਘਰ ਬਾਰਾ, ਉਸ ਦੀ ਅਫੁਰ ਸਰੂਪ ਬ੍ਰਹਮ ਦੇ ਵਿੱਚ ਸਮਾਧੀ ਲੱਗ ਜਾਂਦੀ ਹੈ ਅਤੇ ਸੱਚੇ ਪ੍ਰਭੂ ਦਾ ਗਿਆਨ ਰੂਪ ਦਰਵਾਜ਼ਾ ਅਤੇ ਸਰੂਪ ਸੱਚਖੰਡ ਸਾਧ ਸੰਗਤ ਰੂਪ ਘਰ ਇਹ ਪ੍ਰਾਪਤ ਹੋ ਜਾਂਦਾ ਹੈ। ਨਾਨਕ ਨਿਰਮਲ ਨਾਦ ਸ਼ਬਦ ਧੁਨ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜੋ ਉਜਲ ਸਰੂਪ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲੇ ਗੁਰੂ ਉਪਦੇਸ਼ ਨੂੰ ਉਚਾਰਨਾ ਕਰਦਾ ਹੈ, ਉਹ ਸਚ ਰਾਮੈ ਨਾਮ ਸਮਾਈਦਾ। ਸੱਚ ਨਿਸ਼ਚੈ ਕਰਕੇ ਰਾਮੇ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਨਾਮੀ ਪ੍ਰਭੂ ਦੇ ਵਿੱਚ ਸਮਾ ਜਾਂਦਾ ਹੈ। ਮਾਰੂ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਾਰੂ ਰਾਗ ਦੇ ਵਿੱਚ ਇਹ 18ਵਾਂ 16 ਸ਼ਬਦ ਉਚਾਰ ਰਹੇ ਹਨ। ਜਹ ਦੇਖਾ ਤਹ ਦੀਨ ਦਇਆਲਾ, ਹੇ ਭਾਈ ਮੈਂ ਜਿੱਥੇ ਹੀ ਵੇਖਦਾ ਹਾਂ ਉੱਥੇ ਹੀ ਗਰੀਬਾਂ ਦੇ ਉੱਪਰ ਕਿਰਪਾਲਤਾ ਕਰਨ ਵਾਲਾ ਪਰਮੇਸ਼ਰ ਹੀ ਦਿਸਦਾ ਹੈ। ਆਈ ਨਾ ਜਾਈ ਪ੍ਰਭ ਕਿਰਪਾਲਾ, ਉਹ ਕਿਰਪਾ ਦਾ ਘਰ ਪਰਮੇਸ਼ਰ ਆਉਂਦਾ ਜਾਂਦਾ ਨਹੀਂ ਹੈ, ਭਾਵ ਜੰਮਦਾ ਮਰਦਾ ਨਹੀਂ ਹੈ। ਜੀਆ ਅੰਦਰ ਜੁਗਤ ਸਮਾਈ, ਸਭ ਜੀਵਾਂ ਦੇ ਅੰਦਰ ਪ੍ਰਭੂ ਦੀ ਹੀ ਵਿਹਾਰਾਂ ਖਾਣ ਪੀਣ ਪਰਮਾਰਥ ਚੇਤਨ ਸੱਤਾ ਰੂਪ ਜੁਗਤੀ ਲੀਨ ਹੋਈ ਹੈ। ਰਹਿਓ ਨਿਰਾਲਮ ਰਾਇਆ, ਪਰੰਤੂ ਰਾਜਾ ਪ੍ਰਕਾਸ਼ ਰੂਪ ਪ੍ਰਭੂ ਆਪ ਹੀ ਅਸੰਗ ਰਹਿੰਦਾ ਹੈ। ਜਾਗ ਤਿਸ ਕੀ ਛਾਇਆ, ਇਹ ਜਿਹੜਾ ਸੰਸਾਰ ਹੈ ਤਿਸ ਪ੍ਰਭੂ ਦੀ ਸ਼ਾਮ ਪ੍ਰਤੀਬਿੰਬ ਹੈ ਜਾਂ ਉਸ ਪ੍ਰਭੂ ਦੇ ਆਸਰੇ ਹੈ। ਜਿਸ ਬਾਪ ਨਾ ਮਾਇਆ, ਜਿਸ ਰੱਬ ਜੀ ਦਾ ਨਾ ਤਾਂ ਕੋਈ ਪਿਤਾ ਹੈ ਤੇ ਨਾ ਹੀ ਮਾਤਾ ਹੈ, ਭਾਵ ਆਪਣੇ ਆਪ ਤੋਂ ਉਹ ਸਹਿ ਭੰਗ ਖੁਦ ਬਖੁਦ ਪ੍ਰਕਾਸ਼ਮਾਨ ਹੋਇਆ ਹੈ। ਨਾ ਤਿਸ ਭੈਣ ਨਾ ਭਰਾਓ ਕਮਾਇਆ, ਕਮਲੇ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਫੋਟੋ ਵੀ ਬੇਬੇ ਨਾਨਕੀ ਕੋਲੋਂ ਰੱਖੜੀ ਬਣਾਉਣ ਵਾਲੀ ਬਣਾ ਦਿੱਤੀ, ਮਤਲਬ ਆਪ ਜੋ ਬੰਨ੍ਹਦੇ ਬਣਾਉਂਦੇ ਨੇ। ਇਹ ਜਿਹੜਾ ਰੱਖੜੀ ਤਿਉਹਾਰ ਹੈ ਇਹ ਲੋਕਾਂ ਦਾ ਹੈ, ਗੁਰਦੁਆਰੇ ਦਾ ਨਹੀਂ ਹੈ। ਪਰ ਜਿਸ ਤਰ੍ਹਾਂ ਦੀ ਦੁਨੀਆ ਉਸ ਤਰ੍ਹਾਂ ਦਾ ਉਹ ਗੁਰੂ ਨੂੰ ਵੀ ਬਣਾ ਦਿੰਦੇ ਨੇ। ਭੈਣ ਜਿਹੜੀ ਰੱਖੜੀ ਬੰਨ੍ਹਣ ਵਾਲੀ ਹੈ, ਮਹਾਰਾਜ ਦੀ ਇਸ ਤਰ੍ਹਾਂ ਦੀ ਕੋਈ ਭੈਣ ਨਹੀਂ ਹੈ ਜਿਹੜੀ ਉਹਦੇ ਗੁੱਟ ਤੇ ਰੱਖੜੀ ਬੰਨੇ। ਉਹ ਭੈਣ ਤੋਂ ਬਗੈਰ ਹੈ ਤੇ ਨਾ ਹੀ ਕੋਈ ਉਹਦਾ ਭਰਾ ਹੈ ਤੇ ਨਾ ਹੀ ਕੰਮ ਉਹਦਾ ਕੋਈ ਸੇਵਕ ਹੀ ਹੈ ਜਾਂ ਨਾ ਹੀ ਕਮਾਇਆ ਇਸਤਰੀ ਅਤੇ ਪੁੱਤਰ ਹੈ। ਨਾ ਤਿਸਿਓ ਪਤ ਖਪਤ ਕੁਲ ਜਾਤੀ, ਨਾ ਹੀ ਤਿਸ ਪ੍ਰਭੂ ਦੀ ਉਤਪਤੀ, ਨਾ ਹੀ ਨਾਸ਼, ਨਾ ਹੀ ਕੁਲ ਤੇ ਨਾ ਹੀ ਕੋਈ ਜਾਤੀ ਹੈ। ਉਹ ਅਜਰਾਵਰ ਮਨ ਪਾਇਆ, ਉਹ ਦੇਵਤਿਆਂ ਤੋਂ ਵੀ ਸ੍ਰੇਸ਼ਟ ਹੈ ਜਾਂ ਅਜ਼ਾਰਾ ਵਰ ਵਰ ਸ੍ਰੇਸ਼ਟ ਪ੍ਰਭੂ ਬੁਢੇਪੇ ਤੋਂ ਰਹਿਤ ਹੈ ਅਤੇ ਸਭ ਦੇ ਮਨ ਹਿਰਦੇ ਵਿੱਚ ਚੰਗਾ ਲੱਗਦਾ ਹੈ। ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ, हे प्रभु तू अकाल मौत तो रहत पुरख पूर्ण व्यापक है, तेरे सिर पर काला
मौत नहीं व्यापदी। तू पुरख लेख अगम निराला। तू पूਰਨ व्यापक लेखे तो रहत, मन दी गमदा तो रहत, भाव मन दे संकल्प विकल्प दे विषय तो रहत, अति असंग निर्लेप है। सत संतोख शब्द अत शीतल। जो सत संतोख आदि गुण धारण करके गुरां दे उपदेश दी कमाई द्वारा अत्यंत शांत ठंडे हिरदे वाले होए हन। सहज पाई लेव लाया। उन्होंने सुते सिद्ध ही शांति सुभाव धार के तेरे स्वरूप दे विच अपनी लेव बिरती नूं लाया है। त्रै वरताई चौथा घर वासा। जिसने तीन गुण वरताव भाव त्याग दिते ने उसका चौथे तुरिया पद रूप घर दे विच निवास हुंदा है। काल बेकाल की एक ग्रासा। उसने मौत अते मौत तो उल्ट भाव जन्म नूं एक ग्राही कीता है। भाव वो जमन मरण तो रहत है। निर्मल जोत सर्ब जाग जीवन। उस प्रभु दी ज्योति उज्जल है, वो सारे जगत का जीवन रूप है। गुरु साहब जी ने गुर अनहद शब्द दिखाया। गुरा ने जिसने एक रस अपने उपदेश विच जोड़िया, उसनों उस रूप प्रगट करके विखा दिता है। उत्तम जान संत भले हर प्यारे। हरि परमेश्वर दे प्यारे शांत चित महात्मा जन चंगे अति उत्तम जीवन वाले श्रेष्ठ पुरख हन। हर रस माते पारे उतारे। वो हरि परमेश्वर दे प्रेम रस विच मस्त रहिंदे ने। परमेश्वर ने उन्हां नूं संसार समुंदर तो पार उतार दिता है। या आप तां पार हो गए ने, होरनां नूं पार उतारन वाले हन। नानक ऋण संत जान संगत हर गुर प्रसादी पाया। सतगुरु साहब जी कथन करते ने कि जिन्हां ने गुरां दी कृपा करके हरि परमेश्वर नूं पाउणा कीता है, मैं उन्हां शांत चित महात्मा जनां दी संगत दे चरण धूड़ी होना मंगदा हां। तू अंतर जामी जी सब तेरे। हे परमात्मा, तू अंदर दी जानन वाला है। सारे जीव तेरे ही पैदा कीते हुए हन। तू दाता हम सेवक तेरे। तू दाता देन वाला है, असी हम तमाम जीव तेरे सेवक दास हैं। अमृत नाम कृपा कर दीजै। हे परमात्मा, तू कृपा मेहर करके अपना अमर करने वाला नाम सानू देना कर। गुर ज्ञान रतन दी पाया। जिसनू तू अपना नाम दिता है, उस दी अंदर गुरा ने तेरे स्वरूप का ज्ञान रूप रतन दा दीवा प्रकाश कर दिता है। पंच तत मिला यहो तान किया। तू पंजा तत्तां नू मेल के ये शरीर नू पैदा किया है। आत्म राम पाए सौख थिया। इस विच जिसने अपनी आत्मा नू राम स्वरूप निश्चय करना पाया, उसनों आत्मक सुख प्राप्त होया है। कर्म करतूत अमृत फल लागा। जिसने निष्काम कर्म रूपी करनी की है, उसनों अमृत नाम करके ब्रह्म ज्ञान रूप फल लगा है।
ਨਾਮ ਰਤਨ ਮਨ ਪਾਇਆ। ਕਿਉਂਕਿ ਉਸਨੇ ਹਰੀ ਨਾਮ ਰੂਪੀ ਰਤਨ ਆਪਣੇ ਮਨ ਹਿਰਦੇ ਵਿੱਚ ਪਾਉਣਾ ਕੀਤਾ ਹੈ। ਤਿਸ ਭੂਖ ਪਿਆਸ ਮਨ ਮਾਨਿਆ। ਜਿਸ ਦਾ ਮਨ ਪ੍ਰਭੂ ਦੇ ਸਰੂਪ ਦੇ ਵਿੱਚ ਮੰਨ ਗਿਆ ਹੈ, ਤਿਸ ਨੂੰ ਨਾ ਹੀ ਪਦਾਰਥਾਂ ਦੀ ਆਸਾ ਰੂਪੀ ਭੁੱਖ ਹੈ ਅਤੇ ਨਾ ਹੀ ਰਸਾਂ ਕਸਾਂ ਦੀ ਤ੍ਰਿਸ਼ਨਾ ਰੂਪ ਤ੍ਰੇਹ ਹੈ। ਅਰਬ ਨਿਰੰਜਨ ਘਾਟ ਘਾਟ ਜਾਣਿਆ। ਉਸਨੇ ਸ਼ੁੱਧ ਸਰੂਪ ਪ੍ਰਭੂ ਨੂੰ ਸਾਰਿਆਂ ਦੇ ਅੰਦਰ ਅਤੇ ਘਟਾਂ ਘਟਾਂ ਵਿੱਚ ਵਿਆਪਕ ਜਾਣ ਲਿਆ ਹੈ। ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ। ਸੋ ਸੰਸਾਰ ਵੱਲੋਂ ਉਪਰਾਮ ਹੋ ਕੇ ਸਿਰਫ ਨਾਮ ਬ੍ਰਹਮਾਨੰਦ ਰੂਪ ਅੰਮ੍ਰਿਤ ਰਸ ਵਿੱਚ ਰੰਗਿਆ ਰਹਿੰਦਾ ਹੈ। ਜੋ ਅੰਮ੍ਰਿਤ ਨਾਮ ਰਸ ਵਿੱਚ ਰੰਗਿਆ ਰਹਿੰਦਾ ਹੈ, ਕੇਵਲ ਉਹੀ ਪੂਰਨ ਵੈਰਾਗਵਾਨ ਹੈ। ਗੁਰਮਤਿ ਭਾਈ ਸੁਭਾਇਆ। ਉਹ ਗੁਰਾਂ ਦੀ ਸਿੱਖਿਆ ਦੁਆਰਾ ਪ੍ਰੇਮ ਕਰਕੇ ਪ੍ਰਭੂ ਦੇ ਦਰ ਵਿੱਚ ਸ਼ੋਭਨੀਕ ਹੋਇਆ ਹੈ। ਆਤਮ ਕਰਮ ਕਰੀ ਦਿਨ ਰਾਤੀ। ਉਹ ਦਿਨ ਰਾਤ ਆਤਮਿਕ ਵਿਦਿਆ ਜਾਂ ਅਧਿਸ਼ਟਾਨ ਸਰੂਪ ਪ੍ਰਭੂ ਦੀ ਪ੍ਰਾਪਤੀ ਲਈ ਨਿਸ਼ਕਾਮ ਕਰਮ ਕਰਦਾ ਹੈ। ਨਿਰਮਲ ਜੋਤ ਨਿਰੰਤਰ ਜਾਤੀ। ਪਰਮੇਸ਼ਰ ਦੀ ਉਜਲ ਜੋਤੀ ਨੂੰ ਇੱਕ ਰਸੋ ਜਾਣ ਲੈਂਦਾ ਹੈ। ਸ਼ਬਦ ਰਸਾਲ ਰਸਨ ਰਸ ਰਸਨਾ। ਜੋ ਗੁਰੂ ਉਪਦੇਸ਼ ਰਸਾਂ ਦਾ ਘਰ ਹੈ, ਜਿਹੜਾ ਉਹਦੇ ਰਸਨਾ ਵਿੱਚ ਰਸਨਾ ਜੀਵ ਨੂੰ ਰਸ ਪ੍ਰੇਮ ਦੇ ਵਿੱਚ ਰਸਾ ਕੇ ਰੱਖਦਾ ਹੈ। ਏਣ ਰਸਾਲ ਵਜਾਇਆ। ਉਸ ਨੂੰ ਸਤਨਾਮ ਸ੍ਰੀ ਵਾਹਿਗੁਰੂ ਰੂਪ ਸੁੰਦਰ ਬੀਣ ਉਹ ਵੱਜ ਆਉਂਦੀ ਪ੍ਰਗਟ ਹੋ ਆਉਂਦੀ ਹੈ। ਬੀਣ ਰਸਾਲ ਵਜਾਵੈ ਸੋਈ। ਇਸ ਸੁੰਦਰ ਬੀਣ ਨੂੰ ਉਹੀ ਪੁਰਖ ਵਜਾਉਂਦਾ ਹੈ। ਜਾ ਕੀ ਤ੍ਰਿਭਾਵਨ ਸੋਜੀ ਹੋਈ। ਜਿਸ ਦੀ ਬੁੱਧੀ ਵਿੱਚ ਤਿੰਨਾਂ ਭਵਨਾਂ ਦੀ ਗਿਆਤ ਹੁੰਦੀ ਹੈ ਜਾਂ ਤਿੰਨਾਂ ਭਵਨਾਂ ਵਿੱਚ ਭਟਕਣ ਵਾਲੇ ਮਨ ਨੂੰ ਰੋਕਣ ਦੀ ਸੋਝੀ ਹੁੰਦੀ ਹੈ। ਨਾਨਕ ਬੁੱਝਾ ਹੋਏ ਬਿਦ ਗੁਰਮਾਤਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰਾਂ ਦੀ ਸਿੱਖਿਆ ਦੁਆਰਾ ਇਹ ਨਾਮ ਜਪਣ ਦੀ ਵਿਧੀ ਜੁਗਤੀ ਨੂੰ ਪੁੱਛਣਾ ਕਰੋ। ਹਰ ਰਾਮ ਨਾਮ ਲਿਵ ਲਾਇਆ। ਜਿਸਨੇ ਗੁਰਮਤਿ ਧਾਰਨ ਕੀਤੀ ਹੈ, ਉਸਨੇ ਹਰੀ ਪਰਮੇਸ਼ਰ ਦੇ ਰਾਮ ਨਾਮ ਦੇ ਵਿੱਚ ਆਪਣੀ ਲੇਵ ਬਿਰਤੀ ਨੂੰ ਲਾਉਣਾ ਕੀਤਾ ਹੈ। ਐਸੀ ਜਨ ਵਿਰਲੇ ਸੰਸਾਰੀ। ਅਜਿਹੇ ਪੁਰਖ ਸੰਸਾਰ ਵਿੱਚ ਬਿਰਲੇ ਟਾਵੇਂ ਟਾਵੇਂ ਹਨ। ਗੁਰ ਸ਼ਬਦ ਵਿਚਾਰਹਿ ਰਹੀ ਨਿਰਾਰੇ। ਜੋ ਗੁਰੂ ਦੇ ਉਪਦੇਸ਼ ਨੂੰ ਵਿਚਾਰਦੇ ਨੇ ਅਤੇ ਰਾਗ ਦੁਐਕ ਅਤੇ ਹਰਖ ਸੋਗ ਤੋਂ ਅਸੰਗ ਰਹਿੰਦੇ ਹਨ। ਆਪ ਤਰਹਿ ਸੰਗਤ ਕੁਲ ਤਾਰਹਿ। ਉਹ ਆਪ ਤਾਂ ਤਰਦੇ ਹੀ ਨੇ, ਆਪਣੀਆਂ ਕੁਲਾਂ ਤੇ ਸੰਗਤ ਕਰਨ ਵਾਲਿਆਂ ਨੂੰ ਵੀ ਤਾਰ ਦਿੰਦੇ ਹਨ। ਆਪ ਤਰੇ ਤਾਰੀਨ ਸਰਿਠ। ਇਨ ਸਫਲ ਜਨਮ ਜਾਗੇ ਆਇਆ। ਤਿੰਨਾਂ ਦਾ ਜਗਤ ਸੰਸਾਰ ਵਿੱਚ ਜਨਮ ਧਾਰ ਕੇ ਆਉਣਾ ਸਫਲ ਹੈ। ਕੱਲ ਬ੍ਰਹਮ ਗਿਆਨੀ ਪੂਰਨ ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦਾ ਗੁਰਦੁਆਰਾ ਹੰਸਾਲੀ ਸਾਹਿਬ ਵਿਖੇ ਬਹੁਤ ਪ੍ਰੇਮ ਉਤਸ਼ਾਹ ਸ਼ਰਧਾ ਨਾਲ ਸੰਗਤਾਂ ਨੇ ਜਨਮ ਦਿਹਾੜਾ ਮਨਾਇਆ। ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਵਿਧਾਤਾ। ਜਿਹੜੇ ਸੰਤ ਹੁੰਦੇ ਨੇ ਉਹ ਰੱਬ ਦੇ ਪੁੱਤਰ ਹੁੰਦੇ ਨੇ, ਜਿਨ੍ਹਾਂ ਨੇ ਰੱਬ ਨੂੰ ਸੌਂਤਰਾ ਕੀਤਾ ਹੈ। ਉਹਨਾਂ ਦਾ ਜੱਗ ਵਿੱਚ ਆਇਆ ਸਫਲ ਹੈ। ਸੰਤ ਸਾਈਂ ਕੇ ਲਾਡਲੇ, ਸੰਤ ਸਾਈਂ ਕੇ ਪੂਤ,
संत न होते जगत में विधाता जाता ऊत। जे संत ना जगत विच हुंदे ते विधाते ने औंतरा ही जाना सीगा। लोग कहते ना भी संत अखर नहीं वरतीदा, किहड़ा वरतो? भाई। आखे जी भाई साहब अखवाओ। तुहानूं पता भी भाई दा अर्थ की है? भाई दा अर्थ है भरा। श्री गुरु नानक देव जी महाराज ने मरदाने नूं भाई आखिया, मतलब आपदे बराबर का दर्जा दिता है। ते जे मैं हुण आखांगा भी मैं गुरु ग्रंथ साहिब का भाई हाँ या गुरु नानक साहिब का, तुसीं दसो भी जिहड़ा संत विशेषण है, संत अखर है, ये वड्डा कि भाई वड्डा? मेरे ख्याल मुताबिक तो भाई वड्डा है। आपां किधरों भरा बन गए महाराज दे? गुरु साहिब की मर्जी वखरी है। उन्होंने खालसा मेरो रूप है खास, ये भी कह दिता है। ये भी वचन कीते ने कि जिहड़ा खालसा है यदि कृपा दे नाल ही, इन्हीं की कृपा के सजे हम हैं, नहीं मोसे गरीब करोड़ परे। पर जिहड़ा भरा अखर है ये तो संत नालों वड्डा हो गया। तो महाराज सच्चे पातशाह ने भाई बुढ़ा जी, बुढ़ा साहब नूं भाई की पदवी दी। आपां ओह बाबा कहंदे आ, पर गुरु नानक साहब ने भाई आख्या है। ये गुरु साहब की मौज है। पर मेरे ख्याल मुताबिक संत तो सारे ही ने। श्री गुरु नानक देव महाराज जी की जिन्नी भी संगत है वो सारी संत है। असी माझे दे अमृतसर दे बंदे हाँ, तुसी मालवे दे हो। जिहड़े मलवई ने वो बीबियां नूं भी आखदे भाई। हुण साडे बीबी नूं कोई भाई आखे वो गुस्सा करदी है भी मैं तो एक इस्त्री हाँ। भाई वर्ड तो पुलिंग अखर है। बीबी नूं भाई थोड़ो आखीदा, वो तो भैन हुंदी है। आ भैणा। ते मैं तैनूं गुरु महाराज के द्वारे दे दर्शन करावां। भैणे सामने आया। जिहड़ा भाई वर्ड है वो तो बंदियां लई वरतीदा है। जिहड़ा भाई वर्ड है वो हुण बीबियां इहदे तो मांझा रह गईयां। जे बीबियां संगत च बैठियां ने तां संत अखर किसी बीबी लई भी लग सकदा मेरे ख्याल मुताबिक। आवो संत मिलो मेरे भाई, मिल हर हर कथा करो मेरे भरावो ते भैणों। संतां दे विच सारे भैण भरा आ गए। महाराज ने आख्या भी अकथ की कथा नूं करो। संत का मतलब है जिहदा मन नाम जप के शांत हो गया। सो गुरुद्वारे सारे संत ही ने। ते ये किन्नी को वड्डी गल है भी किसी ने संत अखवा लिया। संत तो सारे ही ने, पहला ही ने। सगों अमृत छक के बंदा सिपाही बन जाता। गुरु गोबिंद सिंह जी ने जिहड़े संत सीगे उन्हां दे अगे प्लस ला के उन्होंने खंडे बाटे का अमृत छका के शस्त्रधारी बना के सिपाही बनाया। खालसा की बनया? संत सिपाही। जे आप कहांगे भाई सिपाही वो गल बनती जी नहीं गई। संत सिपाही तो फबदा है अखर। बाणी में भी कई जगह ते आया, संत प्रहलाद की पैज जिन राखी हर नाखस नख बिदरयो। सो प्रहलाद नूं महाराज ने संत आख्या, मतलब जिहदा मन नाम जप के शांत हो गया है। ऐसे जिहड़े गुरमुख ने शांत आत्मा वाले उन्हां दा जन्म सफल होया। इसे लई संगतां जन्म दिहाड़ा मनाउंदियां ने अते बरसियां मनाउंदियां ने। धन 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 जन आया जिस प्रसाद सब जगत तराया। जन आमन का यह स्वभाव जन कै संग चित आवे नाव। आप मुक्त मुक्त करे संसार नानक तिस जन को सदा नमस्कार। संतां दा काम की हुंदा? तुसीं की देखदे हो अजकल दे संतां नूं? पैसे इकट्ठे करी जाओ, पंडां दियां पंडां, पैलियां खरीदी जाओ, बड़े बड़े डेरे बनाई जाओ।
जे बंदा पूछे भी संतां नूं की लोड़ है, संत दा माया तो निर्लेप होना चाहिए। पैसे की लोड़ तो गृहस्थी बंदे नूं है, बाल बच्चे दार वाले नूं। गृहस्थी बंदा तो भुखा मारिया, ਉਹਦਾ ਤਾਂ 2 ਡੰਗ ਦਾ आटा दाल ये रस्त पानी औखा होया पिया। सैकल खिलारन की आपदे घर गई जगह नहीं है, अंदर तो की वाड़ना। दसो तुसी लोड़ किनू है? गरीबां नूं। किन्ना चंगा होवे जे संत जिन्नी माया उन्होंने इकट्ठी हुई है लोगों की, जे बहुता दूर नहीं जाना आपदे पिंड दियां नूं ही वंड देण। गरीबां लई कोई हॉस्पिटल, कोई स्कूल, कोई कॉलेज। कल मैं रमाणा साहब गया तो उत्थे बोर्ड से पढ़िया भी इस तरह ही स्कूल कॉलेज ते माया जिहड़ी है संगतां दिंदियां रहन, इस तरह ही वरती जाती रहे। महापुरखों का भी निजम सीगा जिन्हां दा कल जन्मदिन। दुनिया कमली हुई अत दी गर्मी ते लैन विच लगी हुई, इत्थों लैके वो गेट तक लंबी लैन। कादे वास्ते? भी महापुरखों की फोटो ही सानू दिख पे वो कमरे दे विच जिहड़ियां तस्वीरां लाइयां ने जिथे उन्हां दा आसन सीगा। काहतों भी दुनिया नूं ना दिता बड़ा, आपदा कख नहीं बनाया, ना कोई पैली, ना बन्ना, ना घर, ना बार, ना कोठी, ना कार। जो कोई संगतां दा संगतां नूं ही बेटा कर दिता। और उत्ते लिख के भी लाया है भी स्कूल कॉलेज मंदिर मस्जिद जो भी आउंदा सब दा भला करो, सब नूं देई जाओ। ढिड रब ने तुहानूं ही कल्लिआं नूं नहीं लाया, संतां नूं। गरीबां दा भी ढिड है। उन्हां दे बच्चे बेचारे सड़कां दे गर्मी च गुब्बारे वेच के ते आपदा मसां ही गुजारा करदे। ते बड़ी मुश्किल होई पई है साडे देश विच। आ जिन्ने मंत्री शंतरी ने, जिन्ने अमीर वड्डे लोग ने, जिन्ने डेरियां वाले साधु संत ने, पखंडी देहधारी गुरु ने, जे वो सारे पैसा इकट्ठा करके ते गरीबां लोड़वंदा किसानां जी वंड देण। आ जिन्नियां गोलकां ने, जिन्ना खजाना, लोड़ ही नहीं किसी कोलों मंगण दी, चढ़दी कला हो जाए। बाहरलियां गौरमेंटां, मैं हांगकांग दी गौरमेंट वेखी 6-6 हज़ार हांगकांग डॉलर यानी कि इंडिया का 60-60 हज़ार रुपया उन्होंने हरेक सिटीजन के खाते च अपने आप ही, किसी लैन च लगन की लोड़ नहीं, किसी का तरला मारन की लोड़ नहीं। जिहदा कार्ड बनया होया ID वो खाते च ऑटोमैटिक ही सरकार वालों पहुँच गए। इस तरह का सिस्टम होना चाहिए भी जे आप टैक्स बटोरते हैं या कुछ भी लेंदे हैं दुनिया को GST TST तो दुनिया का भला भी करो, भलियो मानसो। इसका कोई इलाज कोई गरीब के लेखे लगे कुछ। उन्होंने महापुरखों ने सरबत के भले वास्ते कुड़ती मैं उन्होंने वेंदा सी, उन्होंने बोझियां की गिनती नहीं सी और सारिया नोटां नाल भरियां रहिंदियां सन, पर उन्हें कदी जिंदगी विच माया का मोह नहीं किया। जे असल त्यागी बंदा मैं आपदी अखां नाल वेखिया तो महापुरख बाबा अजीत सिंह जी साली साहब वाले दर्शन किए ने, जिन्हें एक रत्ती पर भी पैसे का मोह नहीं किया। सो कबीर साहब जी का बचन है, कबीर माया तजी तो क्या पाया, जो मान तजिया नहीं जाए। पैसे नूं हथ लाउणा या भेटा न लैनी ये कोई बड़ी बात नहीं है, ये बंदा त्यागी नहीं खवा सकता। आनंद तां है जे तुहाडे कोल अरबां खरबां रुपया होवे ते तुसीं उस पैसे नूं दोनों हत्थां नाल वंडो। मेरे वर्गे का दिल इन्ना कमजोर तो घट होंदा और रुपया किसी को दे के राजी ने। आप कहने आप संतोखी हाँ, सानू तो रब ने दिता ही नहीं, संतोखी आप किधर दे हो गए। संतोखी तो बंदा वो है जिन्हों रब ने दिता तो वंडन लगा संकोच नहीं करता। जे सानू दिता ही नहीं तो कादर दा संतोखी। कपड़ा नहीं मिलता संतोखी हाँ जी, रोटी नहीं मिलती संतोखी हाँ जी, पैसा नहीं तनख्वाह नहीं संतोखी हाँ जी। जिहदे कोल लखां रुपया तो फिर भी वो वंड रहा, असल संतोखी वो है। महाराज ने श्री सुखमनी साहिब दे विच लिखिया, सहस कटी लख उठतावै तृप्त ना आवे माया पाछै पावै। सो
ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਆਪ ਤਰਹਿ ਸੰਗਤ ਕੁਲ ਤਾਰਹਿ। ਜਿਹੜੇ ਸੰਤ ਨੇ, ਗੁਰੂ ਘਰ ਦੇ ਮਹਾਂਪੁਰਖ ਨੇ, ਰੱਬ ਦੇ ਪਿਆਰ ਵਾਲੇ ਨੇ, ਉਹ ਆਪ ਤਰਦੇ ਹੀ ਹਨ ਤੇ ਆਪ ਦੀਆਂ ਕੁਲਾਂ ਦੇ ਸੰਗਤ ਕਰਨ ਵਾਲਿਆਂ ਨੂੰ ਵੀ ਤਾਰ ਦਿੰਦੇ ਨੇ। ਬੰਦਾ ਸਿੰਘ ਬਹਾਦਰ ਸੰਤ ਸਿਪਾਹੀ ਬਣਿਆ। ਉਹਨਾਂ ਨੇ ਚੱਪੜਚਿੜੀ ਦੇ ਮੈਦਾਨ ਵਿੱਚ ਵਜ਼ੀਦੇ ਨੂੰ ਤੂੰ ਕਸੀੜ ਕੇ ਘੋੜੇ ਦੀਆਂ ਟਾਪਾਂ ਮਗਰ ਪਾ ਕੇ ਮਾਰ ਕੇ ਤੇ ਜ਼ੁਲਮਾਂ ਵਾਲੀ ਜਿੱਥੇ ਜ਼ੁਲਮ ਦੀ ਸਿਤਮ ਹੋ ਗਈ, ਅੰਤ ਹੋ ਗਿਆ, ਉਹ ਜਿਹੜੀ ਸਰਹੰਦ ਹੈ ਉਹਦੀ ਇੱਟ ਖੜਕਾ ਕੇ ਉਹਨਾਂ ਦਿਨਾਂ ਦੇ ਵਿੱਚ ਬਹੁਤ ਵੱਡੀ ਗੱਲ ਸੀਗੀ, ਸਰਹੰਦ ਨੂੰ ਫਤਿਹ ਕੀਤਾ, ਮੁਗਲਿਆ ਹਕੂਮਤ ਦਾ ਖਾਤਮਾ ਕਰਕੇ ਅਤੇ ਖਾਲਸੇ ਦਾ ਨਿਸ਼ਾਨ ਸਾਹਿਬ ਚਲਾ ਕੇ। ਜੇ ਸਭ ਤੋਂ ਪਹਿਲਾਂ ਸੰਤ ਸਿਪਾਹੀ ਬਾਦਸ਼ਾਹ ਖਾਲਸੇ ਦਾ ਮੰਨੀਏ ਤਾਂ ਉਹ ਬੰਦਾ ਸਿੰਘ ਬਹਾਦਰ ਸੀਗਾ, ਜਿਨ੍ਹਾਂ ਨੇ ਬਾਬਾ ਬਾਜ ਸਿੰਘ ਨੂੰ ਸਰਹੰਦ ਦਾ ਗਵਰਨਰ ਥਾਪਿਆ। ਤੋ ਐਸੇ ਲੋਕ, ਸ਼ਹੀਦਾਂ ਦੀ ਕੌਮ, ਜਿਨ੍ਹਾਂ ਦੇ ਅਸਥਾਨ ਦੇ ਆਪ ਬੈਠੇ ਹੋ, ਬਾਬਾ ਹਨੂਮਾਨ ਸਿੰਘ ਜੀ ਜਥੇਦਾਰ ਆਪ ਤਰਦੇ ਨੇ ਆਪਣੀਆਂ ਕੁਲਾਂ ਦੀ ਸੰਗਤ ਕਰਨ ਵਾਲਿਆਂ ਨੂੰ ਵੀ। ਇਹ ਨਹੀਂ ਵੀ ਉਦੋਂ ਹੀ ਤਾਰਦੇ, ਅੱਜ ਵੀ ਤਾਰ ਰਹੇ ਨੇ। ਆ ਨਿੱਤ ਵੇਖੋ ਉਹਨਾਂ ਦੇ ਦੀਵਾਨ ਸਜਦੇ ਨੇ, ਉਹਨਾਂ ਦੇ ਜਨਮ ਦਿਹਾੜੇ ਮਨਾਏ ਜਾਂਦੇ ਨੇ, ਉਹਨਾਂ ਦਾ ਸ਼ਹੀਦੀ ਦਿਹਾੜਾ, ਉਹਨਾਂ ਦੀਆਂ ਬਰਸੀਆਂ, ਉਹਨਾਂ ਦੇ ਮਰਨ ਤੋਂ ਬਾਅਦ ਕਈ 100 ਸਾਲ ਅੱਜ ਤੱਕ ਵੀ ਦੁਨੀਆ ਤਰ ਰਹੀ ਹੈ। ਉਹਨਾਂ ਦਾ ਨਾਮ ਲੈ ਕੇ ਸੰਸਾਰ ਪਰ ਤਰਿਆ ਹੈ। ਸਫਲ ਜਨਮ ਜਗ ਆਇਆ, ਤਿੰਨਾਂ ਦਾ ਜਗਤ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਸਫਲਾ ਹੈ। ਘਰ ਦਾਰ ਮੰਦਰ ਜਾਣੈ ਸੋਈ, ਉਹ ਪੁਰਖ ਸਰੀਰ ਉਪਕਾਰ ਤੇ ਇੰਦਰੀਆਂ ਉਪਦਰ ਦੇ ਅੰਦਰ ਮੰਦਰ ਅਧਿਸ਼ਟਾਨ ਰੂਪ ਪ੍ਰਭੂ ਨੂੰ ਜਾਣਦਾ ਹੈ। ਜਾਂ ਸਰੀਰ ਰੂਪੀ ਘਰ ਸਾਧ ਸੰਗਤ ਰੂਪੀ ਦਰ ਵਿੱਚ ਆਸਰਾ ਰੂਪ ਪ੍ਰਭੂ ਨੂੰ ਜਾਣਦਾ ਹੈ। ਜਿਸ ਪੂਰੇ ਗੁਰ ਤੇ ਸੋਜੀ ਹੋਈ, ਜਿਸ ਨੂੰ ਪੂਰਨ ਗੁਰੂ ਸਾਹਿਬ ਤੋਂ, ਗੁਰੂ ਜੀ ਦੇ ਪਾਸੋਂ ਸਰੂਪ ਦੀ ਗਿਆਤ ਪ੍ਰਾਪਤ ਹੋਈ ਹੈ। ਆਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ, ਇਸ ਕਾਇਆ ਸਰੀਰ ਰੂਪ ਕਿਲੇ ਦੇ ਅੰਦਰ ਅੰਤःਕਰਨ ਰੂਪੀ ਮਹਿਲ ਹੈ, ਜਿਸ ਵਿੱਚ ਮਹਿਲਾਂ ਦਾ ਮਾਲਕ ਸੱਚਾ ਪਰਮੇਸ਼ਰ ਵਸਦਾ ਹੈ। ਸੱਚ ਸਾਚਾ ਤਖਤ ਰਚਾਇਆ, ਉਹ ਸੱਚੇ ਪਾਤਸ਼ਾਹ ਨੇ ਦਸਮ ਦਵਾਰ ਰੂਪ ਜਾਂ ਸਾਧ ਸੰਗਤ ਰੂਪ ਸੱਚਾ ਸਿੰਘਾਸਨ ਰਚਾਉਣਾ ਕੀਤਾ ਹੈ। ਚਤੁਰ 10 ਹਾਟ ਦੀਵੇ ਦੋਏ ਸਾਖੀ, ਚਤੁਰ 10 4 ਤੇ 10 ਕਿੰਨੇ ਹੋ ਗਏ? 14 ਲੋਕ ਰੂਪ ਹੱਟਾਂ ਨੇ। ਸੂਰਜ ਤੇ ਚੰਦਰਮਾ ਰੂਪ 2 ਦੀਵੇ ਕਰਮਾਂ ਦੇ ਗਵਾਹ ਨੇ। ਭਾਵ ਜੀਵ ਦਿਨ ਰਾਤ ਵਿੱਚ ਜੋ ਵੀ ਕਰਮ ਕਰਦਾ ਹੈ, ਸੂਰਜ ਤੇ ਚੰਦਰਮਾ ਉਸ ਦੇ ਕਰਮਾਂ ਦੇ ਗਵਾਹ ਨੇ। ਜਾਂ ਸੂਰਜ ਦੇ ਚੰਦਰਮਾ ਇਹ ਗਵਾਹੀ ਦਿੰਦੇ ਨੇ ਕਿ ਸਾਨੂੰ ਵੀ ਜਿਸ ਪ੍ਰਭੂ ਨੇ ਪੈਦਾ ਕੀਤਾ ਉਸ ਨੂੰ ਚੇਤੇ ਕਰੋ। ਇਸੇ ਪ੍ਰਕਾਰ ਚਤੁਰ 10 ਹਾਟ ਦੀਵੇ ਦੋਏ ਸਾਖੀ, 5 ਕਰਮ ਇੰਦਰ, 5 ਗਿਆਨ ਇੰਦਰ ਤੇ 4 ਅੰਤਕਰਨ ਰੂਪ, 14 ਹੱਟਾਂ ਨੇ। ਵੈਰਾਗ ਤੇ ਵਿਵੇਕ ਜਾਂ ਪ੍ਰੋਗ ਤੇ ਅਪਰੋਗ ਗਿਆਨ ਰੂਪ 2 ਦੀਵੇ ਗਵਾਹੀ ਦੇਣ ਵਾਸਤੇ ਹਨ, ਜੋ ਕਿ ਸੇਵਕ ਪੰਚ ਨਾਹੀ ਬਿਖ ਚਾਖੀ, ਜੋ ਸੰਤ ਜਨਾਂ ਦੇ ਸੇਵਕ ਦਾਸ ਬਣੇ ਨੇ, ਉਹਨਾਂ ਨੇ ਵੇਸ਼ਿਆਂ ਰੂਪੀ ਜ਼ਹਿਰ ਇਹ ਚਖਣਾ ਨਹੀਂ ਕੀਤੇ, ਜਾਂ ਜਿਨ੍ਹਾਂ ਨੇ ਵੇਸ਼ਿਆਂ ਦੀ ਜ਼ਹਿਰ ਨਹੀਂ ਚਖਣਾ ਕੀਤੀ, ਉਹਨਾਂ ਦੇ 5 ਕਾਮ ਕ੍ਰੋਧ ਆਦਿਕ ਵਿਕਾਰ ਜਾਂ ਗਿਆਨ ਇੰਦਰ ਸੇਵਕ ਬਣ ਜਾਂਦੇ ਹਨ। ਅੰਤਰ ਵਸਤ ਅਨੂਪ ਨਿਰਮੂਲਕ, ਇਹ ਉਪਮਾ ਤੋਂ ਰਹਿਤ ਅਤੇ ਅਮੋਲਕ ਚੇਤਨ ਸੱਤਾ ਰੂਪ ਜਾਂ ਨਾਮ ਧਨ ਰੂਪ ਵਸਤੂ ਸਭ ਦੇ ਹਿਰਦੇ ਵਿੱਚ ਹੀ ਹੈ। ਗੁਰ ਮਿਲਿਆ ਹਰ ਧਨ ਪਾਇਆ, ਗੁਰਾਂ ਦੇ ਨਾਲ ਮਿਲ ਕੇ ਹੀ ਇਹ ਹਰੀ ਪ੍ਰਭੂ ਦਾ ਨਾਮ ਰੂਪ ਧਨ ਪਾਇਆ ਜਾਂਦਾ ਹੈ। ਤਖਤ ਬਹਿ ਤਖਤ ਕੀ ਲਾਇਕ, ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਉਹੀ
ਭਾਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬੈਠ ਸਕਦੇ ਨੇ ਜੋ ਇਸ ਅਕਾਲ ਤਖਤ ਸਿੰਘਾਸਨ ਦੀ ਗੱਦੀ ਉੱਪਰ ਬੈਠਣ ਦੇ ਲਾਇਕ ਯੋਗ ਹੁੰਦੇ ਹਨ। ਇਸੇ ਪ੍ਰਕਾਰ ਤਖਤ ਬਹਿ ਤਖਤ ਕੀ ਲਾਇਕ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਸੋ ਗੁਰੂ ਮਹਾਰਾਜ ਸ੍ਰੀ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਦੇ ਤਖਤ ਦੇ ਲਾਇਕ ਜਾਣਗੇ। ਸ੍ਰੀ ਗੁਰੂ ਅਮਰਦਾਸ ਜੀ ਨੇ ਸੁਭਾਈ ਮਾਣ ਕੀਤਾ ਕਿਉਂਕਿ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ ਤਖਤ ਦੇ ਲਾਇਕ ਜਾਣਿਆ ਤੇ ਗੁਰੂ ਅੰਗਦ ਦੇਵ ਜੀ ਨੂੰ ਗੁਰ ਅੰਗਦ ਗੁਰ ਅੰਗ ਤੇ ਗੰਗੋ ਜਾਣ ਤਰੰਗ ਉਠਾਇਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਾਇਕ ਜਾਣਿਆ। ਫਿਰ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਲਾਇਕ ਜਾਣ ਕੇ ਤਖਤ ਦਾ ਮਾਲਕ ਬਣਾਇਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੁਕਮ ਭੇਜਿਆ ਕਿ ਹੁਣ ਜ਼ੁਲਮ ਦੀ ਇੰਤਹਾ ਹੋ ਗਈ ਹੈ, ਅੰਤ ਹੋ ਗਿਆ। ਹੁਣ ਤੁਸਾਂ ਨੇ ਗੁਰਤਾ ਗੱਦੀ ਉੱਪਰ ਨਹੀਂ ਬੈਠਣਾ, ਪਾਤਸ਼ਾਹਾਂ ਵਾਂਗ ਤਖਤ ਦੇ ਉੱਪਰ ਬੈਠਣਾ ਹੈ। ਫੌਜਾਂ ਰੱਖਣੀਆਂ ਨੇ ਤੇ ਤਲਵਾਰ ਦੇ ਰਸਤੇ ਸਿੱਖਾਂ ਨੂੰ ਮੁਕਤੀ ਬਖਸ਼ਣੀ ਹੈ। ਤਲਵਾਰ ਦੇ ਨਾਲ ਜ਼ੁਲਮ ਦਾ ਮੁਕਾਬਲਾ ਕਰਨਾ ਸ਼ਾਂਤੀ ਨਾਲ ਕਰਕੇ ਅਸੀਂ ਵੇਖ ਲਿਆ। ਇਹ ਲੋਕ ਮੰਨਦੇ ਨਹੀਂ ਹਨ। ਮੂਰਖ ਗੰਢ ਪਵੇ ਮੋਈ ਮਾਰ, ਇਹਨਾਂ ਦਾ ਬੂਥਾ ਭੰਨਣਾ ਤੁਸਾਂ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਬਦਲਾ ਲੈਣਾ ਹੈ ਜੋ ਵੀ ਇਹ ਕੁਛ ਇੱਥੇ ਹੋਇਆ। ਤੋ 11 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਤਖਤ ਉੱਪਰ ਬੈਠ ਕੇ ਅਕਾਲ ਤਖਤ ਸਾਹਿਬ ਤੇ ਇਹ ਐਲਾਨ ਕੀਤਾ ਵੀ ਮੈਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦਾ ਬਦਲਾ ਲਊਂਗਾ ਚੰਦੂ ਦੇ ਕੋਲੋਂ। ਮਹਾਰਾਜ ਨੇ ਫੌਜਾਂ ਰੱਖੀਆਂ। ਉਦੋਂ ਲੋਕ ਮੂੰਹ ਚੁੰਗਲਾਂ ਪਾ ਕੇ ਸੋਚਦੇ ਸੀ ਵੀ ਛੋਟੀ ਜਿਹੀ ਉਮਰ ਦਾ ਨਿਆਣਾ 11 ਸਾਲ 11.5 ਸਾਲ ਦਾ ਬੱਚਾ ਕੀ ਹੁੰਦਾ, ਇਹਨੂੰ ਭੁਲੇਖਾ ਲੱਗ ਰਿਹਾ। ਏਡੀ ਵੱਡੀ ਗੌਰਮੈਂਟ ਦੇ ਕੋਲੋਂ ਮੁਗਲੀਆ ਹਕੂਮਤ ਦੇ ਕੋਲੋਂ ਕੌਣ ਬਦਲਾ ਲੈ ਸਕਦਾ। ਚੰਦੂ ਤਾਂ ਵਜ਼ੀਰ ਕਿਸੇ ਨੂੰ ਸੁਪਨਾ ਵੀ ਨਹੀਂ ਸੀ। ਪਰ ਮਹਾਰਾਜ ਦਲ ਪੰਜਨ ਗੁਰਸੂਰਮਾ ਵਡ ਜੋਧਾ ਬਹੁ ਪਰਉਪਕਾਰੀ। ਅੱਜ ਤੱਕ ਅਕਾਲ ਤਖਤ ਕਾਇਮ ਹੈ। ਨਾ ਤਾਂ ਚੰਦੂ ਦਾ ਨਾਮੋ ਨਿਸ਼ਾਨ ਤੇ ਨਾ ਹੀ ਜਹਾਂਗੀਰ ਦਾ। ਕੋਈ ਇਹਦੀ ਕਬਰ ਵੀ ਲੱਭ ਕੇ ਦਿਖਾਓ ਮੈਨੂੰ। ਖੇ ਖਰਾਬ ਹੋ ਗਏ ਤੇ ਮਹਾਰਾਜ ਦਾ ਅਕਾਲ ਤਖਤ ਅੱਜ ਤੱਕ ਕਾਇਮ ਮੁਕਾਇਮ ਹੈ। ਉਸ ਅਕਾਲ ਤਖਤ ਦੇ ਉੱਪਰ ਕੋਈ ਵੀ ਸੇਵਾਦਾਰ, ਪੰਜ ਪਿਆਰਾ ਸਾਹਿਬ, ਕੋਈ ਵੀ ਡਿਊਟੀਦਾਰ, ਗ੍ਰੰਥੀ, ਹੈਡ ਗ੍ਰੰਥੀ ਅਤੇ ਜਥੇਦਾਰ ਆਦਿ ਕੋਈ ਵੀ ਉਸ ਤਖਤ ਦੇ ਜਿਸ ਨੂੰ ਸੇਵਾ ਮਿਲਦੀ ਹੈ, ਮੈਂ ਤਾਂ ਇਹ ਸਮਝਦਾ ਵੀ ਉਹ ਗੁਰੂ ਜੀ ਦਾ ਬਖਸ਼ਿਆ ਹੋਇਆ ਹੈ। ਕੋਈ ਉਹਨੇ ਬੜੇ ਪੁੰਨ ਕੀਤੇ ਨੇ ਤੇ ਮਹਾਰਾਜ ਨੇ ਹੀ ਹੁਕਮ ਕੀਤਾ ਹੈ। ਕੋਈ ਕਿਸੇ ਨੂੰ ਨਹੀਂ ਸੇਵਾ ਦਿੰਦਾ। ਮਹਾਰਾਜ ਜਿਹਨੂੰ ਹੁਕਮ ਕਰਦਾ, ਜਿਹਦਾ ਮਨ ਪ੍ਰੇਰਦਾ, ਆਪਣੇ ਆਪ ਹੀ ਵਿਧੀ ਬਣ ਜਾਂਦੀ ਹੈ। ਤੇ ਇਸ ਵਾਸਤੇ ਜਿਹੜਾ ਤਖਤ ਹੈ ਏਡਾ ਸ਼੍ਰੋਮਣੀ ਹੈ, ਏਡਾ ਪਵਿੱਤਰ ਹੈ। ਮੈਂ ਕਿਉਂ ਨਹੀਂ ਇਹਦੇ ਤੇ ਬੈਠ ਜਾਂਦਾ। ਮਤਲਬ ਜਿਹਨੂੰ ਗੁਰੂ ਸਾਹਿਬ ਲਾਈ ਕਰਦੇ ਨੇ, ਹਰਿਮੰਦਰ ਸਾਹਿਬ ਦੇ ਗ੍ਰੰਥੀ ਦੀ ਸੇਵਾ, ਅਕਾਲ ਤਖਤ ਦੇ ਜਥੇਦਾਰ ਦੀ ਸੇਵਾ, ਆਪਾਂ ਕਿਉਂ ਨਹੀਂ ਬਣ ਗਏ। ਤੁਸੀਂ ਬਣ ਕੇ ਦਿਖਾਓ। ਪਾਰਟੀਆਂ ਦੇ ਵਿੱਚ ਤਾਂ ਕਈ ਬੰਦੇ ਭਾਰੂ ਹੁੰਦੇ ਨੇ, ਉਹ ਬਣ ਕੇ ਦਿਖਾਉਣ, ਬਿਲਕੁਲ ਨਹੀਂ। ਤਾਂ ਇਸ ਲਈ ਜਿਹੜਾ ਮਹਾਰਾਜ ਨੂੰ ਭਾ ਜਾਂਦਾ ਉਹ ਸੇਵਾ ਵਿੱਚ ਆਉਂਦਾ ਹੈ। ਗੁਰੂ ਘਰ ਦਾ ਕੋਈ ਵੀ ਸੇਵਾਦਾਰ ਕਿਤੇ ਵੀ ਹੈ, ਤੁਸੀਂ ਤਰਕ ਕਰਨ ਦੀ ਬਜਾਏ ਮਹਾਰਾਜ ਦਾ ਨਾਮ ਲਓ, ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰੋ। ਕਿਉਂਕਿ ਤੁਹਾਡੇ ਬੱਚਿਆਂ ਨੇ ਉਹਨਾਂ ਤੋਂ ਸਿੱਖਿਆ ਲੈਣੀ ਹੈ। ਜੇ ਤੁਸੀਂ ਉਹਨਾਂ ਨੂੰ ਹੀ ਰੇਲ ਤੇ ਚੜਾਤਾ, ਰੇਲ ਹੀ ਬਣਾ ਕੱਤੀ, ਨਿੰਦਿਆ ਚੁਗਲੀ, ਤੇ ਬੱਚਿਆਂ ਸਾਡਿਆਂ ਤੇ ਕੀ ਅਸਰ ਪਊਗਾ? ਗਲਤ ਅਸਰ ਹੋਏਗਾ। ਮੈਂ ਰਾਮਗੜੀਆ ਸਿੱਖ ਟੈਂਪਲ ਬ੍ਰੈਡਫੋਰਡ ਇੰਗਲੈਂਡ ਦੇ ਵਿੱਚ ਤੇ ਸੈਚਰਡੇ ਦੀ ਸ਼ਾਮ ਨੂੰ ਨੌਜਵਾਨਾਂ ਨੂੰ ਸਾਫ਼ ਸਫਾਈ ਕਰਦਿਆਂ, ਕਲੀ ਰੰਗ ਰੋਗਨ ਕਰਦਿਆਂ ਵੇਖਿਆ। ਮੈਂ ਕਿਹਾ ਓਏ ਮੁੰਡਿਓ, ਮੈਨੂੰ ਹਫ਼ਤਾ ਹੋ ਗਿਆ ਇੱਥੇ ਕਥਾ ਕਰਦਿਆਂ ਨੂੰ, ਤੁਹਾਡੇ ਦਰਸ਼ਨ ਹੀ ਨਹੀਂ ਹੋਏ। ਕੌਣ ਲੋਕ ਹੋ ਤੁਸੀਂ, ਕਿੱਥੇ ਰਹਿੰਦੇ ਹੋ? ਕਹਿੰਦੇ ਜੀ ਸਾਡੇ ਮੰਮੀ ਡੈਡੀ ਆਉਂਦੇ ਨੇ। ਮੈਂ ਕਿਹਾ ਤੁਸੀਂ? ਕਹਿੰਦੇ ਸਾਨੂੰ
कोई आउण ही नहीं दिंदा, मतलब अगे नहीं आउण दिंदा, जवानां नूं अगे सेवा नहीं करन दिंदा। एक नंबर। 2 नंबर ते जद असीं झगड़ा देखदे हां भी ये तां आपस च पैसे करके झगड़ रहे हैं, साडा मन टुट जांदा। आपां आखदे हां भी इत्थे तां शांति लैण आईदा। अजकल दे बच्चे पढ़े लिखे ने, वो बड़ा कुछ देखते हैं। आउण तो पहला अगला सोचदा भी छड्डो खैड़ा, आपां की लैण जाना। कोई भी समागम हुंदा है, मान लो जून 84 का है जी, उत्थे तलवारां चल पईयां, साडे मूर्ख लोग स्पीकर फड़ के आउण कथा हो रही है ते समय मुताबिक समाप्त हो तो बाद दूजे का फिर तीजे का टाइम, जे आपां सारे ही फड़ के स्पीकर रौला पालन लग पावांगे, दसो किन्नी क आपदी सियाणप। ये गुरुद्वारे की मर्यादा किन्ना क असीं सिख ख्याल रखते हैं। इस तरह नहीं होना चाहिए। दुनिया के उपर गलत मैसेज आता है। इंटरनेशनल पद्धर पर कैमरे लगे हुए ने, बाहरलियां कंट्रियां तक सब कुछ अजकल माहौल ही इस तरह का। चाइना ने आपदा सारा नैटवर्क बंद किया होया, क्योंकि एक सकिंट च खबर वायरल हो जाती। तो जिन्ना बच्चियां ने जिन्ना जगह तो जिन्ना तख्तां तो गाइडेंस लैनी सी, केस रखने अमर छकना सी, उन्होंने तो आपां रेल ते चढ़ा के तोरता। कि हुण साडे बच्चे सुधरनगे कित्थों, दसो शिक्षा कित्थों लैणगे? ना तो मंदिर च जा सकते, ना मसीत च। आउणा तां गुरुद्वारे सीगा, उत्थे निंदिया चुगली लड़ाई झगड़ा शुरू हो गया। मैनूं माफ़ करना। तो मेरे मन में जिहड़ी गल घर कीती है वो यही है भी कोई भी साधु या संत किसी दस्तारबंदी किसी नूं हुंदी, या किसी नूं कोई ग्रंथी या कोई सेवादार दी पदवी उपाधि मिलती, संगत वालों कोई विशेष स्वरूप मिलता, वो गुरु साहब का ही मैसेज है। सिंघासन पर ही बैठ सकता जिहड़ा इस सिंघासन के लायक हुंदा है। पंच समाए गुरमत पायक, जिन्हां ने गुरां दी सिक्ख्या पाउणा कीती है या जो गुरमत द्वारा सेवक बने ने, उन्हां दी अंदर पचा तंता दे गुण सुभाਅ समा जाते हैं, या उन्हां दे पंजे काम क्रोध आदਿਕ नाश हो जाते हैं, या वो संत जन वाहिगुरु के स्वरूप दे विच अभेद हो जाते हैं। आदि जुगादी है भी होसी, जिन्हां ने सहसा भरम चुकाया, गुरां दी कृपा द्वारा अपना संसा ते भरम चुकाउणा कीता है। उन्होंने ऐसा निश्चय किया है कि वह परमात्मा जगत के मुढ़ विच योग आदਿਕਾਂ ਦੇ ਵਿੱਚ पिछे भी व्यापक सी, हुण भी व्यापक है अति अगाह नूं भी व्यापक रहेगा। ताकत सलाम होवे दिन राती, जो सिंघासन उपर बैठा हुंदा है उसनूं दिन रात नमस्कार हुंदी है, या जो स्वरूप रूपी तख्त उपर विराजमान है उन्होंने दिन रात सारी दुनिया सलामा करती है। वो दिन रात स्वरूप रूपी तख्त दे सलामत स्थित हो जाते हैं। यही तो अग लगती है राजनीतिक लोगों को। मैनूं माफ़ करना, जो चाहते सी उन्हें करके दिखा दिता। राजनीतिक लोगों की ये सोच सीगी भी श्री अकाल तख्त तो शरधा तोड़ी जाए, उन्हें तोड़ के रख दी। टकसाल तो संगतां दी शरधा घट हो जाए, उन्हें ऐसा कूड़ प्रचार किया भी लोग टकसाल नूं माड़ा कहन लग पे। जो विद्वानां दी अर्थां दी टकसाल है, जिहदा काम ही नरोड़ गुरबाणी का प्रचार। दुनिया उन्हां महापुरखों बाबे जरनैल सिंह की भी निंदा करती है। उन्हां दा सुपना पूरा हो गया। सानूं समझना चाहिए भी किसी हिंदू मत की साखी की निंदा नहीं होंदी, कोई शिवलिंग बारे नहीं, कोई बाइबल बारे नहीं, किसी होर मंदिर मसीत बारे नहीं, किसी पवित्र कुरान बारे या बाइबल बारे ते या वेदां बारे। मैनूं बड़ा दुख है, पर मैं नहीं चाहता भी ये कुछ होवे। किते अग लगी है किसी नूं ग्रंथ नूं, गुरु ग्रंथ साहब भी क्यों अग नूं भेट हुंदे ने? दसो, तुहानूं सोचना तो पऊगा ना किते बैठ के। ये जिहड़ी निंदिया चुगली है सिखां दी क्यों हुंदी है? सिंह साहिबां नूं ही क्यों लोग माड़ा कहिंदे ने? पादरियां नूं जां होरनां बारे क्यों नहीं इन तरह का प्रचार हुंदा? ये पिछे की सोच है? इस वास्ते सानू समझना चाहिए। हर गुरुद्वारियां दे
गुरु महाराज के अस्थानां दे साडे इतिहास ते साडी शरधा होएगी तां ही साडा बेड़ा पार होएगा। दुनिया नूं सलामा करदी है, नीतिमान लोग वो ईर्खा करते हैं। एहो साच वडाई गुरमत लिव जाती। ये स्वरूप रूपी तख्त दी सच्ची वडियाई महिमा गुर सिੱਖਿਆਂ द्वारा बिरती ला के गुरमुखा ने ही जानी है। साडे नूं तां गुजर चंगे ने, आ पता नहीं कित्थों आउंदे ने आ मੱਝਾਂ ਗਾਵਾਂ वाले। ये किते कोर्ट कचहरी च नहीं जे जाते, इन्हां दा झगड़ा हुंदा ना आप दी परे पंचायत ही बिठा के आपस ही फैसला कर लेंदे। एवें वकीलों के अगे पैसे रोड़ी जाओ, कचहरियां दे विच जज्जां नूं दई जाओ रिश्वतां। कोई सियाणप थोड़ो, झगड़ा आपदा पैसे कोई खाई जाए। सो जिहड़े गुरमत दे झगड़े ने वो श्री अकाल तख्त साहिब दे फैसले मुताबिक निबड़ने चाहिए। पर अज असीं कहंदे भी असीं तां नहीं मनदे जी। मनदे क्यों नहीं? जो गुरुद्वारे का दफ्तर है, किसी सेवादार नूं गलती तो दफ्तर ने बुलाया है, उत्थे जाके जवाब देना बनता। जे आपां आखीए भी आपां तां नहीं जांदे जी। सारी सिख कौम का, सारे गुरुद्वारियां का दफ्तर श्री अकाल तख्त साहिब, उवें तां मत्था टेकण जाईदा ही है। जे 10 का कड़ा प्रसाद ले जाके कहांगे भी सानू माफ़ी दिओ जी, हुण भी मंगणी होई है, बिना गलती तो भी अरदास करी दी भी महाराज माफ़ करो, तो किड्डी क वड्डी गल है महाराज दे अगे कहना भी सानू माफ़ करो। पर साध संगत जीओ, साडा मन विगड़िया होया है, गुरु साहब कृपा करन। ये महाराज कहंदे ने कि जिहड़ी वडियाई महिमा तख्त दी ये गुर सिੱਖਿਆ द्वारा बिरती ला के गुरमुखा ने जानी है। नानक राम जपहु तार तारी। सतगुरु जी कथन करदे, हे भाई गुरमुखो परमेश्वर का नाम जपो, इस नाल तुसी भगती रूप बेड़ी ते चढ़ के राग द्वैक रूप नालियां आसा रूप नदी संसार समुंदर तो तर जावोगे जिन्हां ने जपिया है। हरे अंत सखाई पाया, उन्होंने अखीर नूं सहायता करने वाला परमात्मा पा लिया है। भुल्लां चुका क्षमा करो कि तो समत बख्शो। ताकत सलाम होवै दिन राती। एहो साच वडाई गुरमत लिव जाती। नानक राम जपहु तार तारी। हरि अंत सखाई पाया। वाहिगुरु जी का खालसा, वाहिगुरु।